Hello everyone, welcome to Victor's Knowledge. This is Shinu Sharma, and today we are going to take up another important lecture for the exam of Anganwadi supervisor. So ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਡਿਸਕਸ ਕਰਾਂਗੇ about vaccination. ਸੋ ਆਪਾਂ ਸਟਾਰਟ ਕਰਾਂਗੇ ਇੰਟਰੋਡਕਸ਼ਨ ਦੇ ਨਾਲ, ਜਨਰਲ ਮੀਨਿੰਗ ਦੇ ਨਾਲ ਕਿ ਵੈਕਸੀਨੇਸ਼ਨ ਹੁੰਦਾ ਕੀ ਹੈ। ਆਮ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਟੀਕਾਕਰਨ ਕਹਿ ਲੈਂਦੇ ਆ। ਸੋ ਵੈਕਸੀਨੇਸ਼ਨ ਇੱਕ ਇਹੋ ਜਿਹੀ ਪ੍ਰੈਕਟਿਸ ਹੈ ਜਿਹਦੇ ਨਾਲ ਆਰਟੀਫਿਸ਼ੀਅਲੀ ਕੋਈ ਜਰਮਸ ਜਾਂ ਜਰਮ ਨਾਲ ਰਿਲੇਟਡ ਸਬਸਟੈਂਸਿਸ ਨੂੰ ਬਾਡੀ ਦੇ ਵਿੱਚ ਹੋਰ ਬਿਮਾਰੀਆਂ ਰੋਕਣ ਦੇ ਲਈ, ਉਹਨਾਂ ਦੇ ਅਗੇਂਸਟ ਲੜਨ ਦੇ ਲਈ, ਇੱਕ ਇਮਿਊਨਿਟੀ ਤਿਆਰ ਕਰਨ ਦੇ ਲਈ, ਡਿਵੈਲਪ ਕਰਨ ਦੇ ਲਈ ਇੰਜੈਕਟ ਕੀਤਾ ਜਾਂਦਾ ਹੈ। Usually the vaccine or germ is introduced into the body by injection or sometimes orally. So ਇਹਦੇ ਕਿਹੜੇ ਤਰੀਕੇ ਨੇ? ਜਾਂ ਤਾਂ ਇੰਜੈਕਸ਼ਨ ਦੇ ਥਰੂ ਜਾਂ ਫਿਰ orally, ਜਿਵੇਂ ਪੋਲੀਓ ਦੀ ਵੈਕਸੀਨ ਹੁੰਦੀ ਹੈ। ਸੋ ਜਿਹੜੀ ਵੈਕਸੀਨ ਹੈ ਇਹਨੂੰ ਤਿਆਰ ਕਰਨ ਦੇ 4 ਤਰੀਕੇ ਨੇ। ਪਹਿਲਾ, ਮਰੇ ਹੋਏ ਜਰਮਸ ਨੂੰ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਕਿ TAB ਵੈਕਸੀਨ ਫॉर ਟਾਈਫਾਈਡ, ਦੈਨ ਸੌਲਕ ਵੈਕਸੀਨ ਫॉर ਪੋਲੀਓਮਾਈਲਿਟਿਸ, ਵੈਕਸੀਨ ਫॉर ਰੇਬੀਜ਼। ਸੋ ਇਹ ਜਿਨ੍ਹਾਂ ਦੇ ਖਿਲਾਫ ਲੜਨਾ ਹੈ ਆਪਾਂ ਨੇ, ਉਹਨਾਂ ਦੇ ਜਿਹੜੇ ਮਰੇ ਹੋਏ ਜਰਮਸ ਨੇ ਉਹਨਾਂ ਨੂੰ ਵਰਤ ਕੇ ਤਿਆਰ ਕੀਤੀਆਂ ਜਾਂਦੀਆਂ ਨੇ ਵੈਕਸੀਨ। ਦੈਨ ਯੂਜ਼ਿੰਗ ਲਿਵਿੰਗ ਵੀਕਐਂਡ ਜਰਮਸ। ਸੋ ਕਮਜ਼ੋਰ ਜਰਮ ਜਿਹੜੇ ਕਿ ਲਿਵਿੰਗ ਨੇ, ਜ਼ਿੰਦਾ ਨੇ, ਉਹਨਾਂ ਨੂੰ ਵਰਤਿਆ ਜਾਂਦਾ ਹੈ ਡਿਸੀਜ਼ ਦੇ ਅਗੇਂਸਟ ਫਾਈਟ ਕਰਨ ਦੇ ਲਈ। ਦੈਨ ਇੱਕ ਹੋਰ ਕੈਟੇਗਰੀ ਆਉਂਦੀ ਹੈ, ਤਰੀਕਾ ਆਉਂਦਾ ਵੈਕਸੀਨ ਦਾ ਫੁੱਲੀ ਵੇਰੂਲੈਂਟ ਲਿਵਿੰਗ ਜਰਮਸ, ਫੁੱਲੀ ਐਕਟਿਵ, ਜਿਵੇਂ ਕਾਊਪੌਕਸ ਦੀ ਵੈਕਸੀਨ ਹੈ। ਦੈਨ ਯੂਜ਼ਿੰਗ ਟੌਕਸੋਇਡਸ। ਸੋ ਟੌਕਸੋਇਡਸ ਨੂੰ ਯੂਜ਼ ਕਰਕੇ ਇਹ ਉਹ ਵੈਕਸੀਨਸ ਨੇ ਜਿਹੜੀਆਂ ਜਿਵੇਂ ਕਿ ਡਿਪਥੀਰੀਆ, ਟੈਟਨਸ ਦੇ ਲਈ ਲਗਾਈਆਂ ਜਾਂਦੀਆਂ ਨੇ। ਸੋ ਬੈਕਟੀਰੀਆ ਜਿਹੜੇ ਵੀ ਟੌਕਸਿਨ ਸੀਕ੍ਰੇਟ ਕਰਦਾ ਹੈ, ਜ਼ਹਿਰੀਲੀਆਂ ਚੀਜ਼ਾਂ, ਹਾਰਮਫੁਲ ਪੋਇਜ਼ਨ ਸੀਕ੍ਰੇਟ ਕਰਦਾ ਹੈ, ਉਹਨਾਂ ਨੂੰ ਹੋਰ ਫਾਰਮਲਾਈਜ਼ ਕਰਕੇ ਉਹਨਾਂ ਨੂੰ ਸਾਇੰਟੀਫਿਕਲੀ ਤਿਆਰ ਕੀਤਾ ਜਾਂਦਾ ਹੈ ਤੇ ਉਦੋਂ ਬਾਅਦ ਉਹਨਾਂ ਤੋਂ ਹੀ, ਉਹ ਟੌਕਸਿਨਸ ਤੋਂ ਹੀ ਐਂਟੀਬਾਡੀਜ਼ ਤਿਆਰ ਕੀਤੀਆਂ ਜਾਂਦੀਆਂ ਨੇ, ਜਿਹਦੇ ਨਾਲ ਆਪਣੀ ਬਾਡੀ ਜਿਹੜੀਆਂ ਵੀ ਜਾਨਲੇਵਾ ਬਿਮਾਰੀਆਂ ਨੇ ਇਹਨਾਂ ਦੇ ਖਿਲਾਫ ਲੜ ਸਕਣ। ਸੋ ਇਹ ਨੇ ਵੈਕਸੀਨੇਸ਼ਨ ਕੀ ਹੈ? ਸਿੰਪਲੀ ਆਪਣੀ ਬਾਡੀ ਨੂੰ ਇੱਕ ਰੈਜ਼ਿਸਟੈਂਸ ਦਿੰਦਾ ਹੈ, ਇੱਕ ਇਮਿਊਨਿਟੀ, ਇੱਕ ਬੂਸਟ ਕਰਦਾ ਹੈ, ਇੱਕ ਰੈਜ਼ਿਸਟੈਂਸ ਡਿਵੈਲਪ ਕਰਦੀ ਹੈ ਵੈਕਸੀਨੇਸ਼ਨ ਬਿਮਾਰੀਆਂ ਦੇ ਖਿਲਾਫ ਲੜਨ ਦੇ ਲਈ। ਸੋ ਇਹਦੇ ਆਪਾਂ ਨੇ 4 ਤਰੀਕੇ ਦੇਖ ਲਏ, ਜਰਮਸ, ਮਰੇ ਹੋਏ ਜਰਮ, ਥੋੜੇ ਜਿਹੇ ਲੈਸ ਐਕਟਿਵ, ਮੋਰ ਐਕਟਿਵ, ਟੌਕਸਿਨਸ, ਪੋਇਜ਼ਨ। ਸੋ ਇਹ ਨੇ 4 ਤਰੀਕੇ। ਸੋ ਨੈਕਸਟ ਇੱਕ ਹੋਰ ਵਰਡ ਆਉਂਦਾ ਇਮਿਊਨਾਈਜੇਸ਼ਨ। ਸੋ ਕਾਫੀ ਲੋਕ ਨੇ ਜਿਹੜੇ ਆਮ ਤੌਰ ਤੇ ਜਿਨ੍ਹਾਂ ਨੂੰ ਇੰਨੀ ਸਾਇੰਟੀਫਿਕ ਨੌਲੇਜ ਨਹੀਂ ਹੈ, ਉਹ ਇਮਿਊਨਾਈਜੇਸ਼ਨ ਤੇ ਵੈਕਸੀਨੇਸ਼ਨ ਦੋਨੋਂ ਵਰਡਸ ਨੂੰ ਇਕੱਠੇ ਪੜ੍ਹਦੇ ਨੇ। ਚਾਹੇ ਦੋਨਾਂ ਦਾ ਕੰਮ ਇਕੱਠਾ ਹੈ, ਪਰ ਵੈਕਸੀਨੇਸ਼ਨ ਦੇ ਅੰਦਰ ਇਮਿਊਨਾਈਜੇਸ਼ਨ ਆਉਂਦੀ ਹੈ, ਜਿਹੜੀ ਇਮਿਊਨਿਟੀ, ਇੱਕ ਪ੍ਰੋਟੈਕਸ਼ਨ ਵੈਕਸੀਨ ਦਿੰਦੀ ਹੈ, ਉਸ ਪ੍ਰੋਟੈਕਸ਼ਨ ਨੂੰ ਕਿਹਾ ਜਾਂਦਾ ਹੈ immunization. So it is a process by which an animal or a person stays protected from disease. So ਤੁਸੀਂ ਉਰੇ ਹੁਣ ਆਪਣੇ ਦਿਮਾਗ ਦੇ ਵਿੱਚ ਇੱਕ ਕਲੀਅਰ ਪਿਕਚਰ ਤਿਆਰ ਕਰ ਲਓ ਵੀ ਸਭ ਤੋਂ ਉੱਪਰ ਆਊਗੀ ਵੈਕਸੀਨ, ਵੈਕਸੀਨੇਸ਼ਨ ਜਿਹੜਾ ਵੈਕਸੀਨ ਦਾ ਤਰੀਕਾ ਹੈ, ਉਸ ਤਰੀਕੇ ਦੇ ਨਾਲ ਵੈਕਸੀਨੇਸ਼ਨ ਆਪਾਂ ਨੂੰ ਟੀਕਾ ਲਗਾਉਣ ਤੋਂ ਬਾਅਦ ਜਿਹੜੀ ਬਿਮਾਰੀ ਦੇ ਖਿਲਾਫ ਲੜਨ ਲਈ ਤਾਕਤ ਮਿਲਦੀ ਹੈ, ਉਸ ਤਾਕਤ ਇਮਿਊਨਿਟੀ ਦੇ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਇਮਿਊਨਾਈਜੇਸ਼ਨ, ਉਸ ਪ੍ਰੋਟੈਕਸ਼ਨ ਨੂੰ। ਸੋ ਇਹ ਦੋ ਅਲੱਗ-ਅਲੱਗ ਵਰਡਸ ਨੇ, ਇਹ ਹੈ ਪ੍ਰੋਟੈਕਸ਼ਨ ਤੇ ਇਹ ਹੈ ਤਰੀਕਾ ਪ੍ਰੋਟੈਕਟ ਕਰਨ ਦਾ। So practice of immunization of the body dates back hundred of years, but the first official vaccination was developed by, so ਬਿਮਾਰੀਆਂ ਦੇ ਖਿਲਾਫ ਲੜਨ ਲਈ ਤਾਂ ਬਹੁਤ ਸਾਲਾਂ ਤੋਂ ਤਿਆਰੀ ਹੋ ਰਹੀ ਸੀ, ਪਰ ਜਿਹੜੀ ਪਹਿਲੀ official ਵੈਕਸੀਨ ਤਿਆਰ ਕੀਤੀ ਉਹ ਕੀਤੀ ਐਡਵਰਡ ਜੈਨਰ ਨੇ। ਸੋ ਵੈਰੀ ਇੰਪੋਰਟੈਂਟ ਨੇ ਤੇ ਇਹਨਾਂ ਨੂੰ ਵੈਕਸੀਨੋਲੋਜੀ ਦਾ ਫਾਊਂਡਰ ਵੀ ਕਿਹਾ ਜਾਂਦਾ ਹੈ। ਤੇ ਇਹਨਾਂ ਨੇ ਪਹਿਲੀ ਜਿਹੜੀ ਵੈਕਸੀਨ ਸੀ ਉਹ ਤਿਆਰ ਕੀਤੀ ਸੀ 1796, ਇੱਕ 13 ਸਾਲ ਦੇ ਬॉय ਦੇ ਵਿੱਚ ਇਹਨਾਂ ਨੇ ਇੰਜੈਕਟ ਕਰਕੇ ਦੇਖੀ ਸੀ, ਜਿਹਨੂੰ ਕਾਊਪੌਕਸ ਸੀ। ਤੇ ਉਸ ਤੋਂ ਬਾਅਦ ਇਸ ਵੈਕਸੀਨੇਸ਼ਨ ਤੋਂ ਬਾਅਦ ਉਸ ਬॉय ਦੇ ਅੰਦਰ ਇਮਿਊਨਿਟੀ ਆ ਗਈ ਸੀ ਸਮਾਲ ਪੌਕਸ ਨੂੰ ਲੈ ਕੇ। ਸੋ ਇਸ ਤਰ੍ਹਾਂ ਦੇ ਨਾਲ 1798 ਦੇ ਵਿੱਚ ਪਹਿਲੀ ਸਮਾਲ ਪੌਕਸ ਦੀ ਜਿਹੜੀ ਵੈਕਸੀਨੇਸ਼ਨ ਸੀ ਤਿਆਰ ਕੀਤੀ ਗਈ ਸੀ। Then comes classification of vaccine. So ਹੁਣ vaccines ਦੇ ਅਲੱਗ-ਅਲੱਗ categories ਦੇਖ ਲੈਣੇ ਆਪਾਂ। ਪਹਿਲੀ ਹੈ live attenuated vaccine. So common method ਕਿਹੜੇ ਨੇ? Passing the disease causing virus through a series of cell culture or animal embryo,
When the vaccine virus is implemented in a human, it will be unable to replicate enough to cause illness but still promote an immune response. So live attenuated vaccine ਇਹਦਾ ਮਤਲਬ ਹੈ ਕਿ ਪਹਿਲਾਂ ਜਿਹੜਾ ਵਾਇਰਸ ਹੈ ਇਹਨੂੰ ਅਲੱਗ-ਅਲੱਗ ਸੈਲਸ 'ਚ ਪਾਇਆ ਜਾਂਦਾ ਹੈ, ਐਨੀਮਲ ਦੇ ਐਮਬ੍ਰਿਓ 'ਚ ਪਾਇਆ ਜਾਂਦਾ ਹੈ ਹਿਊਮਨ 'ਚ ਇੰਜੈਕਟ ਕਰਨ ਤੋਂ ਪਹਿਲਾਂ, ਜਿਹਦੇ ਨਾਲ ਇਹਦਾ ਅਸਰ ਪਹਿਲਾਂ ਘਟ ਜਾਵੇ, ਆਪਣੇ ਆਪ ਨੂੰ ਇਹ ਰੈਪਲੀਕੇਟ ਨਾ ਕਰ ਸਕੇ, ਵਧਾ ਨਾ ਸਕੇ, ਸਿਰਫ ਔਰ ਸਿਰਫ ਜਿਹੜਾ ਇਹਦਾ ਇਮਿਊਨਿਟੀ ਦਾ ਕੰਮ ਹੈ ਉਹ ਬਚੇ। ਨੈਕਸਟ ਹੈ ਇਨਐਕਟੀਵੇਟਿਡ ਵੈਕਸੀਨ। ਸੋ ਇਹ ਉਹ ਕੈਟੇਗਰੀ ਦੀਆਂ ਜਿਹੜੀਆਂ ਇਨਐਕਟੀਵੇਟ ਪੈਥੋਜਨ ਤੋਂ ਤਿਆਰ ਕੀਤੀਆਂ ਜਾਂਦੀਆਂ ਨੇ, ਸੋ ਜਿਵੇਂ ਕੈਮੀਕਲਸ ਯੂਜ਼ ਕਰਕੇ, ਫਾਰਮੈਲਡੀਹਾਈਡ ਔਰ ਫਾਰਮੈਲਿਨ ਯੂਜ਼ ਕਰਕੇ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ। ਨੈਕਸਟ ਹੈ ਟੌਕਸੋਇਡ ਵੈਕਸੀਨ। ਸੋ ਜਿਹੜੇ ਵੀ ਕੋਈ ਬੈਕਟੀਰੀਆ, ਪੋਇਜ਼ਨ, ਟੌਕਸਿਨ, ਜ਼ਹਿਰੀਲੀਆਂ ਚੀਜ਼ਾਂ ਰਿਲੀਜ਼ ਕਰਦੇ ਆ ਉਹਨਾਂ ਨੂੰ ਇਹ ਡਾਇਰੈਕਟਲੀ ਨਹੀਂ ਯੂਜ਼ ਕਰਦੇ, ਇਹਨੂੰ ਸਾਇੰਟੀਫਿਕਲੀ ਥੋੜਾ ਜਿਹਾ ਮਾਈਲਡ ਕਰਨ ਤੋਂ ਬਾਅਦ ਫਿਰ ਇਹਦੀ ਵੈਕਸੀਨ ਤਿਆਰ ਕੀਤੀ ਜਾਂਦੀ ਹੈ, ਜਿਹਦੇ ਨਾਲ ਜਦੋਂ ਹਿਊਮਨ ਦੇ ਵਿੱਚ ਇਹਨੂੰ ਇੰਜੈਕਟ ਕੀਤਾ ਜਾਵੇ ਇਹਦਾ ਕੋਈ ਬੈਡ ਇਫੈਕਟ ਨਾ ਹੋਵੇ। Next is subunit vaccine. Subunit vaccine are only used as part of target pathogen to promote a response from immune system. This can be done by isolating a specific protein from a pathogen, presenting it as an antigen on its own. So ਕਿਸੇ ਵੀ ਪੈਥੋਜਨ ਚੋਂ, ਵਾਇਰਸ ਚੋਂ, ਬੈਕਟੀਰੀਆ ਚੋਂ, ਜਿੱਥੋਂ ਵੀ ਆਪਾਂ ਨੇ ਤਿਆਰ ਕਰਨੀ ਹੈ, ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ ਚਾਹੀਦਾ ਆਪਾਂ ਉਹਨੂੰ ਕੱਢ ਲਾਂਗੇ। ਸੋ ਉਹਨੂੰ ਐਜ਼ ਐਨ ਐਂਟੀਜਨ ਆਪਣੇ ਆਪ ਆਪਾਂ ਕੰਮ ਕਰਵਾਵਾਂਗੇ ਜਦੋਂ ਆਪਾਂ ਇਸ ਵੈਕਸੀਨ ਨੂੰ ਇੰਜੈਕਟ ਕਰਾਂਗੇ। ਨੈਕਸਟ ਇਜ਼ conjugate vaccine. These are somehow like recombinant vaccine. They are made up of combination of two different components. ਸੋ ਇਹ ਦੋ ਅਲੱਗ-ਅਲੱਗ ਤਰ੍ਹਾਂ ਦੇ ਕੰਪੋਨੈਂਟਸ ਤੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਆਪਾਂ conjugate vaccine ਕਹਿੰਦੇ ਹਾਂ। ਨੈਕਸਟ ਇਜ਼ ਵੈਲੈਂਸ ਵੈਕਸੀਨ। ਇਹ ਮੋਨੋਵੈਲੈਂਟ ਨੇ, ਸੋ ਇਹਦਾ ਮਤਲਬ ਹੈ ਕਿ ਇੱਕ ਸਿੰਗਲ ਮਾਈਕਰੋ ਆਰਗੇਨਿਜ਼ਮ ਜਾਂ ਸਿੰਗਲ ਐਂਟੀਜਨ ਦੇ ਅਗੇਂਸਟ ਇਮਿਊਨਿਟੀ ਦਿੰਦੀਆਂ ਨੇ, ਸੋ ਇਸੇ ਲਈ ਇਹਨਾਂ ਦਾ ਨਾਮ ਪਿਆ ਮੋਨੋ, ਕਿਉਂਕਿ ਮੋਨੋ ਦਾ ਮਤਲਬ ਹੁੰਦਾ ਹੈ ਸਿੰਗਲ। ਦੈਨ ਇੱਕ ਹੋਰ ਵੈਕਸੀਨ ਹੈ ਮਲਟੀਵੇਲੈਂਟ ਔਰ ਪੋਲੀਵੇਲੈਂਟ ਵੈਕਸੀਨ। ਇਹ ਬੇਸਿਕਲੀ ਸੇਮ ਮਾਈਕਰੋ ਆਰਗੇਨਿਜ਼ਮ ਦੇ ਦੋ ਜਾਂ ਦੋ ਤੋਂ ਜ਼ਿਆਦਾ ਵਾਇਰਸਿਸ ਦੇ ਅਗੇਂਸਟ ਲੜਨ ਲਈ ਆਪਾਂ ਨੂੰ ਤਿਆਰ ਕਰਦੀ ਹੈ। ਸੋ ਵੈਲੈਂਸ ਵੈਕਸੀਨ ਦੋ ਤਰ੍ਹਾਂ ਦੀ ਹੋਗੀ, ਮੋਨੋਵੈਲੈਂਟ ਤੇ ਪੋਲੀਵੈਲੈਂਟ। ਮੋਨੋਵੈਲੈਂਟ ਸਿੰਗਲ ਐਂਟੀਜਨ, ਸਿੰਗਲ ਮਾਈਕਰੋ ਆਰਗੇਨਿਜ਼ਮ ਦੇ ਖਿਲਾਫ ਇਮਿਊਨਿਟੀ ਬਣਾਓ, ਪੋਲੀ ਜਾਂ ਮਲਟੀ, ਟੂ ਔਰ ਮੋਰ ਵਾਇਰਸਿਸ। ਨੈਕਸਟ ਹੈ ਹੈਟਰੋਟਾਈਪਿਕ ਵੈਕਸੀਨ। ਇਹਨੂੰ ਆਪਾਂ ਜੈਨੀਰੀਅਨ ਵੈਕਸੀਨ ਵੀ ਕਹਿੰਦੇ ਆ, ਸੋ ਇਹਦਾ ਅਨਦਰ ਨੇਮ ਵੀ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਹੈ। ਸੋ ਇਹ ਡਿਫਰੈਂਟ ਅਲੱਗ-ਅਲੱਗ ਐਨੀਮਲਸ ਦੇ ਪੈਥੋਜਨ ਤੋਂ ਵੈਕਸੀਨ ਤਿਆਰ ਕੀਤੀ ਜਾਂਦੀ ਹੈ that either do not cause disease or cause disease or cause mild disease in the organism being treated. Next come mRNA vaccine ਜਾਂ ਜਿਹਨੂੰ ਆਪਾਂ RNA vaccine ਵੀ ਕਹਿੰਦੇ ਆ। ਇੱਕ ਅਲੱਗ ਤਰ੍ਹਾਂ ਦੀ ਵੈਕਸੀਨ ਹੈ ਜਿਹੜੀ ਬੇਸਿਕਲੀ ਨਿਊਕਲੀਇਕ ਐਸਿਡ RNA ਦੇ ਕੰਬੀਨੇਸ਼ਨ ਤੋਂ ਬਣਾਈ ਜਾਂਦੀ ਹੈ। ਸੋ ਹੁਣ ਆਪਾਂ ਥੋੜੀ ਜੀ ਹਿਸਟੋਰੀਕਲ ਡੇਟਸ ਦੇਖ ਲੈਣੇ ਇੰਪੋਰਟੈਂਟ, ਜਿਹੜੀ ਐਗਜ਼ਾਮ ਦੇ ਲਈ ਜ਼ਰੂਰੀ ਨੇ ਯਾਦ ਰੱਖਣੀ ਆ। ਸੋ ਆਪਾਂ ਨੇ ਪਹਿਲੀ ਜਿਹੜੀ ਡਾਕੂਮੈਂਟਡ ਸਮਾਲ ਪੌਕਸ ਵੈਕਸੀਨ ਹੈ ਇਹ ਯਾਦ ਰੱਖਣੀ ਹੈ ਇੰਡੀਆ ਦੀ, ਜਿਹੜੀ ਆਪਾਂ ਨੇ ਐਡਵਰਡ ਜੈਨਰ ਨਾਲ ਰਿਲੇਟਡ ਪੜ੍ਹੀ ਸੀ, ਉਹ ਤਾਂ ਇੱਕ ਵਰਲਡ ਲੈਵਲ ਦੀ ਆਪਾਂ ਨੇ ਫੈਕਟ ਦੇਖਿਆ ਹੈ। ਸੋ ਇੰਡੀਆ ਦੇ ਵਿੱਚ ਪਹਿਲੀ ਡਾਕੂਮੈਂਟਡ ਸਮਾਲ ਪੌਕਸ ਵੈਕਸੀਨ ਜਿਹੜੀ ਯੂਜ਼ ਕੀਤੀ ਗਈ, ਪ੍ਰੋਪਰ ਲਗਾ ਕੇ ਦੇਖੀ ਗਈ, ਉਹ ਸੀ 1802 ਵਿੱਚ। ਉਸ ਤੋਂ ਬਾਅਦ ਜਿਹੜਾ ਪ੍ਰੈਕਟਿਸ ਸੀ ਇਨੋਕੂਲੇਸ਼ਨ ਦਾ, ਉਹ ਕਾਫੀ ਜਗ੍ਹਾ ਦੇ ਉੱਤੇ ਬੰਦ ਕਰਤਾ ਸੀ 1804 ਵਿੱਚ। ਦੈਨ 1810 ਦੇ ਵਿੱਚ ਗਿਨੈਰੋ ਗੈਲਬੀਏਸੀ ਇੱਕ ਇਟਾਲੀਅਨ ਫਿਜ਼ੀਸ਼ੀਅਨ ਸੀ ਜਿਨ੍ਹਾਂ ਨੇ ਕਾਓ ਨੂੰ ਯੂਜ਼ ਕੀਤਾ ਵੈਕਸੀਨ ਪ੍ਰੋਡਕਸ਼ਨ ਦੇ ਲਈ। 1820 ਦੇ ਵਿੱਚ ਦੁਬਾਰਾ ਤੋਂ ਇੰਡੀਆ ਦੇ ਵਿੱਚ ਸਪੈਸੀਫਿਕਲੀ ਜਿੱਥੇ ਬੈਨ ਹੋ ਗਈ ਸੀ, ਸਪੈਸੀਫਿਕਲੀ ਬੰਬੇ ਐਂਡ ਬੰਗਾਲ ਪ੍ਰੈਜ਼ੀਡੈਂਸੀ, ਉੱਥੇ ਦੁਬਾਰਾ ਤੋਂ ਵੈਕਸੀਨੇਸ਼ਨ ਨੂੰ ਸਟਾਰਟ ਕਰਤਾ ਸੀ। 1930 ਤੋਂ ਪੰਜਾਬ ਦੇ ਵਿੱਚ ਇਨੀਸ਼ੀਅਲ ਰਿਸਰਚ ਸਟਾਰਟ ਹੋ ਗਈ ਸੀ ਸਮਾਲ ਪੌਕਸ ਵੈਕਸੀਨ ਉੱਤੇ ਇੰਡੀਆ ਦੇ ਵਿੱਚ। 1902 ਵਿੱਚ ਕੁਝ ਡੈਥਸ ਦੇਖੀਆਂ ਗਈਆਂ, ਸਪੈਸ਼ਲੀ ਜਦੋਂ ਪਲੇਗ ਵੈਕਸੀਨ ਲਗਾਈ ਗਈ ਪੰਜਾਬ ਪ੍ਰੋਵਿੰਸ ਦੇ ਵਿੱਚ, ਤੇ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਇਹ ਸੋਚ ਲਿਆ ਕਿ ਵੈਕਸੀਨ ਲਗਾ ਕੇ ਅਸੀਂ ਮਰਾਂਗੇ। ਸੋ ਇਹਦੇ ਤੇ ਜਿਹੜਾ ਫੇਥ ਸੀਗਾ ਇੱਕ ਵੈਕਸੀਨੇਸ਼ਨ ਉੱਤੇ, ਉਹ ਕਾਫੀ ਜਗ੍ਹਾ ਦੇ ਉੱਤੇ ਹਟ ਗਿਆ। 1904 ਤੋਂ 1908 typhoid vaccine trial was done on British Army official posted to India, Egypt also. 1909 Lucien chemist developed first aid dried smallpox vaccine in Paris.
1910 to 1930 number of vaccine institute set up in different provinces of the country. So अलग-अलग जगह ते इंडिया विच वैक्सीन रिसर्च इंस्टीट्यूट सेटअप कीते गए. Then 1948 BCG laboratory बनी चेन्नई. Then 1951 BCG ਨੂੰ ਲੈ ਕੇ ਇੱਕ ਮਾਸ ਕੈਂਪੇਨ ਸਟਾਰਟ ਕੀਤਾ ਗਿਆ ਇੰਡੀਆ ਦੇ ਵਿੱਚ. 1958 ਵਰਲਡ ਹੈਲਥ ਅਸੈਂਬਲੀ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ ਸਮਾਲ ਪੌਕਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ. 1962 National Smallpox Eradication Program launched. Then WHO announced expanded program on immunization. 1974 ਲਾਸਟ ਕੇਸ smallpox ਦਾ ਰਿਪੋਰਟ ਕੀਤਾ ਗਿਆ 1975. This is most important date. ਸੋ ਜਿਹੜੀ ਪਹਿਲੀ ਵੈਕਸੀਨ ਤਿਆਰ ਕੀਤੀ ਗਈ ਸੀ ਉਹ ਵੀ smallpox ਦੇ ਅਗੇਂਸਟ. ਤੇ ਉਸ ਤੋਂ ਬਾਅਦ ਆਪਾਂ ਨੇ ਯਾਦ ਰੱਖਣਾ ਵੀ ਇਹਦਾ ਲਾਸਟ ਕੇਸ ਕਦੋਂ ਆਇਆ 1975 ਵਿੱਚ. ਇੰਡੀਆ ਨੂੰ ਕਿਹੜੇ ਸਾਲ ਦੇ ਵਿੱਚ smallpox free ਡਿਕਲੇਅਰ ਕੀਤਾ ਗਿਆ? ਸੋ ਇੰਡੀਆ ਨੂੰ ਕੀਤਾ ਗਿਆ 1977. Now we'll see national immunization schedule. ਸੋ ਹੁਣ ਇੰਡੀਆ ਦੀ ਜਿਹੜੀ ਗਵਰਨਮੈਂਟ ਹੈ ਮੈਡੀਕਲ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੇ ਆਪਾਂ ਨੂੰ ਕੀ ਦੱਸਿਆ ਹੋਇਆ ਵੀ ਬਰਥ ਦੇ ਟਾਈਮ ਦੇ ਉੱਤੇ ਕਿਹੜੀ ਵੈਕਸੀਨ ਲੱਗੂ, 6 ਹਫ਼ਤਿਆਂ ਬਾਅਦ ਬੱਚੇ ਦੇ ਕਿਹੜੀ ਲੱਗੂ, 16 ਸਾਲ ਦੀ ਉਮਰ ਤੇ ਕਿਹੜੀ ਲੱਗੂ, ਪ੍ਰੈਗਨੈਂਟ ਮਦਰ ਦੇ ਕਿਹੜੀ ਵੈਕਸੀਨ ਲੱਗੂ. ਸੋ ਇੱਕ ਪੂਰਾ ਦਾ ਪੂਰਾ ਆਪਣੇ ਕੋਲ ਪ੍ਰੋਪਰ ਸ਼ੈਡਿਊਲ ਦੱਸਿਆ ਹੋਇਆ ਹੈ ਨੈਸ਼ਨਲ ਇਮਿਊਨਾਈਜੇਸ਼ਨ ਦਾ. ਤੇ ਇਹ ਸ਼ੈਡਿਊਲ ਐਜ਼ ਇਟ ਇਜ਼ ਤੁਸੀਂ ਮੰਥ ਵੀਕ ਯਾਦ ਰੱਖ ਕੇ ਹੀ ਐਗਜ਼ਾਮ ਦੇ ਲਈ ਤਿਆਰ ਕਰਨਾ ਹੈ. ਪਹਿਲਾ ਹੈ ਬਰਥ, ਜਦੋਂ ਬੱਚਾ ਪੈਦਾ ਹੁੰਦਾ ਹੈ ਜਨਮ ਦੇ ਸਮੇਂ ਲੱਗਣ ਵਾਲੀਆਂ ਕਿਹੜੀਆਂ-ਕਿਹੜੀਆਂ ਵੈਕਸੀਨ ਨੇ. ਨੰਬਰ 1 ਬੈਸਿਲਸ ਕੈਲਮੇਟ-ਗੁਰੀਨ BCG. ਇਹਦੀ ਫੁੱਲ ਫਾਰਮ ਤੁਹਾਨੂੰ ਟਿਪਸ ਤੇ ਹੋਣੀ ਚਾਹੀਦੀ ਹੈ ਬਿਕਾਜ਼ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ. BCG ਦੀ ਫੁੱਲ ਫਾਰਮ ਬੈਸਿਲਸ ਕੈਲਮੇਟ-ਗੁਰੀਨ ਕਦੋਂ ਲੱਗਦੀ ਹੈ? ਜਨਮ ਦੇ ਸਮੇਂ. ਦੈਨ OPV ਜ਼ੀਰੋ ਡੋਜ਼ ਓਰਲ ਪੋਲੀਓ ਵੈਕਸੀਨ. ਹੈਪੇਟਾਈਟਸ B ਬਰਥ ਡੋਜ਼. ਉਸ ਤੋਂ ਬਾਅਦ 6 ਹਫ਼ਤਿਆਂ ਤੇ ਦੈਨ 10 ਹਫ਼ਤਿਆਂ ਤੇ. ਸੋ ਇਹ ਤੁਸੀਂ ਸਾਰਾ ਚਾਰਟ ਖੁਦ ਦੇਖ ਸਕਦੇ ਹੋ. ਸੋ ਡਾਇਰੈਕਟਲੀ ਸਿੰਪਲੀ ਤੁਹਾਨੂੰ ਸਮਝ ਆ ਜਾਊਗਾ ਵੀ ਕਿੰਨੇ ਹਫ਼ਤਿਆਂ ਤੇ ਕਿਹੜੀ ਵੈਕਸੀਨ ਲਗਾਉਣੀ ਹੈ, ਕਿਹਦੀ ਬੂਸਟਰ ਡੋਜ਼ ਕਦੋਂ ਲੱਗਣੀ ਹੈ. ਸੋ ਜਿਵੇਂ ਇਹਦੀ ਪਹਿਲੀ PCV ਦੀ ਨਿਊਮੋਕਾਕਲ ਕੰਜੂਗੇਟ ਵੈਕਸੀਨ ਦੀ ਜਿਹੜੀ ਪਹਿਲੀ ਲੱਗੀ ਆ 6 ਹਫ਼ਤੇ ਤੇ, ਦੈਨ ਦੂਜੀ, ਦੈਨ ਥਰਡ. ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬੂਸਟਰ ਡੋਜ਼ ਦਾ ਮਤਲਬ ਹੈ ਲਾਸਟ ਡੋਜ਼. ਸੋ ਉਰੇ ਹੁਣ ਤੁਸੀਂ ਨਾਲ ਇਹ ਵੀ ਦੇਖ ਸਕਦੇ ਹੋ ਕਿ ਜਿਹੜਾ ਪ੍ਰੋਪਰ ਸ਼ੈਡਿਊਲ ਹੈ ਉਰੇ ਇਹ ਵੀ ਦੱਸਿਆ ਹੋਇਆ ਵੀ ਡੋਜ਼ ਕਿੰਨੀ ਲਗਾਉਣੀ ਹੈ, ਕਿੱਥੇ ਲਗਾਉਣੀ ਹੈ, ਇੰਟਰਾਮਸਕੂਲਰ ਸਾਈਟ ਕੀ ਹੋਣੀ ਚਾਹੀਦੀ ਹੈ. ਸੋ ਇਹ ਵੀ ਤੁਸੀਂ ਨਾਲ ਹੀ ਤਿਆਰ ਕਰਨਾ ਹੈ. ਸੋ ਜਿਵੇਂ ਇਹਨਾਂ ਚੋਂ ਇੰਪੋਰਟੈਂਟ ਹੈ ਇੰਟਰਾਡਰਮਲ BCG, OPV ਓਰਲ. ਦੈਨ ਉਰੇ ਜਿਹੜੀਆਂ ਜਗ੍ਹਾ ਹੈ ਜਿੱਥੇ ਲਗਾਉਣੀ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ. ਸੋ ਐਗਜ਼ਾਮ ਦੇ ਵਿੱਚ ਜਾਂ ਤਾਂ ਤੁਹਾਨੂੰ ਸਿੱਧਾ MCQ ਫਾਰਮ 'ਚ ਆ ਸਕਦੇ ਆ, ਮੈਚ ਦੀ ਫੋਲੋਇੰਗ 'ਚ ਆ ਸਕਦੇ ਆ, ਕਰੈਕਟ ਇਨਕਰੈਕਟ ਵਿੱਚ ਆ ਸਕਦੇ ਆ. ਸੋ ਇਸੇ ਲਈ ਤੁਹਾਨੂੰ ਜਿਹੜੇ ਸਾਰੇ ਫੈਕਟ ਨੇ ਇਹ ਬਾਏ ਹਾਰਟ ਯਾਦ ਹੋਣੇ ਚਾਹੀਦੇ ਆ. So like this is also very important. Measles, rubella dose, subcutaneous, right upper arm. ਸੋ ਇਹ ਕੁਐਸਚਨ ਵੀ ਤੁਸੀਂ ਧਿਆਨ 'ਚ ਰੱਖਣਾ ਹੈ ਵੀ ਜੇ ਸਬਕਿਊਟੇਨੀਅਸ ਲੱਗ ਰਹੀ ਹੈ ਜੈਪਨੀਜ਼ ਐਨਸੈਫਲਾਈਟਿਸ ਦੀ ਤਾਂ ਉਹ ਲਾਈਵ ਐਟੀਨੂਏਟਡ ਵੈਕਸੀਨ ਲੱਗੂ. ਜੇ ਇੰਟਰਾਮਸਕੂਲਰ ਲੱਗ ਰਹੀ ਹੈ ਤਾਂ ਜਿਹੜੀ ਕਿਲਡ ਵੈਕਸੀਨ ਹੈ ਉਹ ਲੱਗੂਗੀ.
ਸੋ ਲਾਸਟ ਵਿੱਚ ਹੁਣ ਆਪਾਂ ਦੇਖਾਂਗੇ ਇੰਪੋਰਟੈਂਟ ਡਿਫਰੈਂਸ ਬਿਟਵੀਨ ਇਨੋਕੂਲੇਸ਼ਨ ਐਂਡ ਵੈਕਸੀਨੇਸ਼ਨ। ਸੋ ਪਹਿਲਾਂ ਦੋ ਪੁਆਇੰਟ ਨੇ ਇਹਨਾਂ ਦੀ ਸਿਮਿਲੈਰਿਟੀਜ਼ ਤੇ ਪ੍ਰੋਸੀਜਰ ਤੇ ਪ੍ਰੋਟੈਕਸ਼ਨ, ਬਾਕੀ ਪੁਆਇੰਟਸ ਨੇ ਇਹਨਾਂ ਦੇ ਡਿਫਰੈਂਸ ਦੇ। ਸੋ ਪ੍ਰੋਸੀਜਰ ਆਲਮੋਸਟ ਦੋਨਾਂ ਦਾ ਸੇਮ ਹੈ, ਇਨੋਕੂਲੇਸ਼ਨ ਦਾ ਵੀ ਵੈਕਸੀਨੇਸ਼ਨ ਦਾ ਵੀ ਸਿਮਿਲਰ ਲੈਵਲ ਦੀ ਪ੍ਰੋਟੈਕਸ਼ਨ ਦਿੰਦੀਆਂ ਨੇ ਇਹ ਦੋਨੋਂ ਚੀਜ਼ਾਂ। ਸੇਫਟੀ ਵਾਈਜ਼ ਵੈਕਸੀਨੇਸ਼ਨ ਤੋਂ ਅੱਜ ਤੱਕ ਕੋਈ ਵੀ ਨਹੀਂ ਮਰਿਆ, ਪਰ ਇਨੋਕੂਲੇਸ਼ਨ ਤੋਂ ਬਾਅਦ ਲੋਕਾਂ ਦੀ ਨੈਚੁਰਲ ਡੈਥ ਹੋ ਸਕਦੀ ਹੈ। ਸੋ ਸੇਫਟੀ ਵਾਈਜ਼ ਕਿਹੜੀ ਚੀਜ਼ ਜ਼ਿਆਦਾ ਸੇਫ ਹੈ? ਵੈਕਸੀਨੇਸ਼ਨ। ਦੈਨ ਰਿਸਕ ਟੂ ਕਮਿਊਨਿਟੀ। ਸੋ inoculation ਤੋਂ ਬਾਅਦ person become infectious with risk of spread of infection। ਵੈਕਸੀਨੇਸ਼ਨ ਤੋਂ ਬਾਅਦ spread ਦਾ ਕਮਿਊਨਿਟੀ 'ਚ ਕੋਈ ਵੀ ਰਿਸਕ ਨਹੀਂ ਹੈ। ਦੈਨ inoculation adverse reaction, ਤੁਹਾਨੂੰ ਬਹੁਤ ਤੇਜ਼ ਫੀਵਰ ਹੋਊਗਾ ਹੀ ਹੋਊਗਾ, ਪੇਨ, ਐਬਸੈਸ, ਅਨਈਜ਼ੀਨੈਸ। ਵੈਕਸੀਨੇਸ਼ਨ ਤੋਂ ਬਾਅਦ ਹਲਕਾ ਫੁਲਕਾ ਬੁਖਾਰ ਤੇ ਪੇਨ। ਚਾਂਸਿਸ ਆਫ ਕੰਪਲਿਕੇਸ਼ਨ, ਸੋ ਇਦੋਂ ਬਾਅਦ ਬਹੁਤ ਜ਼ਿਆਦਾ ਚਾਂਸਿਸ ਨੇ ਨੈਚੁਰਲ ਇਨਫੈਕਸ਼ਨਸ ਦੇ, ਬਲਾਈਂਡਨੈਸ ਦੇ, ਲੇਮਨੈਸ ਦੇ, ਡਿਸਫਿਗਰੇਸ਼ਨ, ਪਰ ਵੈਕਸੀਨੇਸ਼ਨ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਹੁੰਦਾ ਨੈਚੁਰਲ ਇਨਫੈਕਸ਼ਨ ਦਾ। ਰਿਸਟ੍ਰਿਕਸ਼ਨ, a number of restriction including confinement to prevent community spread। ਇਨੋਕੂਲੇਸ਼ਨ ਤੋਂ ਬਾਅਦ ਰਿਸਟ੍ਰਿਕਸ਼ਨ ਲਗਾਈ ਜਾਂਦੀ ਹੈ ਕਿ ਕਮਿਊਨਿਟੀ ਸਪਰੈਡ ਨਾ ਹੋਵੇ, ਇਸ ਲਈ ਬੰਦਾ ਅਲੱਗ ਰਹੇ, ਪਰ ਵੈਕਸੀਨੇਸ਼ਨ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈ। Preferably, entire community should undergo in one go to prevent spread। Even individual would be benefit without any। So ਇਕੱਲੇ ਇਕੱਲੇ ਦੇ ਲੱਗ ਸਕਦੀ ਹੈ ਵੈਕਸੀਨ, ਪਰ ਇਨੋਕੂਲੇਸ਼ਨ ਮੋਸਟਲੀ ਪ੍ਰੈਫਰ ਕੀਤਾ ਜਾਂਦਾ ਹੈ ਕਿ ਸਾਰੀ ਕਮਿਊਨਿਟੀ ਇਕੱਠੀ ਲਗਾਵੇ ਤਾਂ ਕਿ ਇਹਦਾ ਕਮਿਊਨਿਟੀ ਸਪਰੈਡ ਨਾ ਹੋਵੇ। ਸੋ ਇਨੋਕੂਲੇਸ਼ਨ ਤੇ ਵੈਕਸੀਨ ਦੇ ਜਿਹੜਾ ਮੀਨਿੰਗ ਦੇ ਵਿੱਚ ਮੇਨ ਡਿਫਰੈਂਸ ਹੈ, ਇਨੋਕੂਲੇਸ਼ਨ ਕੀ ਹੁੰਦਾ ਹੈ ਕਿ ਕਿਸੇ ਵੀ ਐਨੀਮਲ ਦੇ ਵਿੱਚ, ਪਲਾਂਟ ਜਾਂ ਹਿਊਮਨ ਬੀਇੰਗ ਦੇ ਵਿੱਚ ਡਾਇਰੈਕਟਲੀ ਜਿਹੜੀ ਵੀਕ ਫਾਰਮ ਹੈ ਡਿਸੀਜ਼ ਦੀ ਉਹਨੂੰ ਇੰਜੈਕਟ ਕੀਤਾ ਜਾਂਦਾ ਹੈ, ਇਸੇ ਲਈ ਇਹਦਾ ਫੈਲਣ ਦਾ ਖਤਰਾ ਹੈ। ਵੈਕਸੀਨੇਸ਼ਨ ਵਿੱਚ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ, ਕਾਫੀ ਅਲੱਗ-ਅਲੱਗ ਤਰ੍ਹਾਂ ਦੀ ਵੈਕਸੀਨੇਸ਼ਨਸ ਨੇ ਜੋ ਆਪਾਂ ਨੇ ਪੜ੍ਹੀਆਂ ਨੇ। ਸੋ ਇਹ ਹੈ ਇਹਨਾਂ ਦਾ ਇੰਪੋਰਟੈਂਟ ਮੇਨ ਡਿਫਰੈਂਸ ਜੋ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਹੈ। So this was all about our today's lecture. Please do subscribe to my channel, do like and share. Thank you and good luck.